वाहेगुरु 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 वाहेगुरु। किसानों की नहीं सुनी गई, सरकार उन अध्यादेशों को बिल के ऊपर लेकर आई, संसद में पेश किया। संसद में मैंने खुद और काफ़ी सांसदों ने इसका विरोध किया। नमस्कार, आप देख रहे हैं हेडलाइंस इंडिया टुडे। दिल्ली के सिंधु बॉर्डर से मेरे साथ मौजूद हैं वो किसान जो अपने खेत खलियान को छोड़कर भारत सरकार को जगाने के लिए आ गए हैं और उस मांग के लिए आए हैं जो 3 अध्यादेश भारत सरकार द्वारा किसानों पर थोपा जाना है, ऐसा किसानों का कहना है। और उसी आवाज़ के लिए अपने आंदोलन को लगातार मजबूत कर रहे हैं। आप देख रहे होंगे कि दोपहरी का वक्त बीत चुका है, शाम के खाने की तैयारी, मुझे ऐसा लग रहा है कि शाम के खाने की तैयारी के लिए मटर छीली जा रही है। और ये जो मटर छिल रही है अपने खाने की तैयारी के लिए कर रहे हैं। क्या कर रहे हैं भैया आप? हाँ जी, ये खाने की तैयारी वाले, शाम को खाने की तैयारी के लिए, शाम के खाने की तैयारियों में लग गए हैं आप। और यहाँ पर जो किसान हैं और जितने भी लोग आया है, लंगर भी चल रहा है। तो लंगर इतना चल रहा है कि लोग बढ़ते जा रहे हैं। लंगर गुरु का ऐसा लंगर है कि जो ख़त्म होने का नाम ही नहीं ले रहा है। और आवाज़ इतनी बुलंद होती जा रही है कि लोग जुड़ते जा रहे हैं। पूरा देश इस आंदोलन से जुड़ रहा है। क्या लगता है कि वाकई में पूरा देश आपके साथ आ गया है? जरूर, सारा देश साढ़े साथ है। ਅਸੀਂ ਜਿਹੜਾ ਪੰਜਾਬ ਆ ਨਾ ਉਹਨੇ ਜਗਾ ਦਿੱਤਾ। ਜਿਸ ਤਰ੍ਹਾਂ ਜਗਿਆਸੂ ਹੁੰਦਾ ਨਾ, ਕਈਆਂ ਨੂੰ ਨਹੀਂ ਪਤਾ ਵੀ ਇਹ ਆਰਡੀਨੈਂਸ ਕੀ ਚੀਜ਼ ਆ। ਇਹਨਾਂ ਪੰਜਾਬ ਵਾਲਿਆਂ ਨੇ ਹਰਿਆਣੇ ਵਾਲਿਆਂ ਨੂੰ, ਯੂਪੀ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਸਾਰੇ ਭਾਰਤ ਨੂੰ ਜਗਾ ਦਿੱਤਾ ਵੀ ਇਹ ਜਿਹੜੇ ਕਾਨੂੰਨ ਆ ਸਾਡੇ ਵਾਸਤੇ ਬਹੁਤ ਘਾਤਕ ਆ। ਉਹਦਾ ਦੱਸਣ ਕਰਕੇ ਸਾਰਾ ਹੀ ਭਾਰਤ ਜਿਹੜਾ ਹੁਣ ਇੱਕ ਮੁੱਠਿਆ ਤੇ ਕਿਸਾਨਾਂ ਦੇ ਨਾਲ। आप यहाँ पर कब से हैं? कब से हैं आप? कितना दिन हो गया? ਆਪ ਅਸੀਂ ਪੰਜਾਬ ਸੇ ਆਏ, ਤਰਨਤਾਰਨ ਸੇ। ਬਾਬਾ ਸੁਰਜਨ ਜੂਨ ਦੇ ਸਾਰੇ ਆਗੂ ਹੈ, ਬਚਿੱਤਰ ਸਿੰਘ ਨਾਮ ਹੈ। ਸਾਨੂੰ ਕੋਈ 3 ਮਹੀਨੇ ਹੋ ਗਿਆ ਲੜਦਿਆਂ ਨੂੰ। ਲੜਾਈ ਰੇਲਾਂ ਤੇ ਗੁਰੂ ਕੇ ਜੰਡਿਆਲੇ ਸਾਡਾ ਧਰਨਾ ਲੱਗਾ। ਪਹਿਲਾਂ ਜਦੋਂ ਕਰੋਨਾ ਸੀ ਉਦੋਂ ਵੀ ਅਸੀਂ ਮਾਰਚ 'ਚ, ਜਦੋਂ ਕਣਕ ਦਾ ਸੀਜ਼ਨ ਸੀ ਉਦੋਂ ਵੀ ਇਹਨਾਂ ਜਿਹੜੀ ਸੀ ਕਰੋਨਾ ਦੀ ਆੜ ਤੋੜੀ। ਅਸੀਂ ਜਿੱਥੇ ਆਂਦੇ 44 ਲੱਗਦੀ ਉਹ ਵੀ ਅਸੀਂ ਤੋੜੀ। ਸਾਨੂੰ ਅੱਜ ਤੋਂ 3 ਸਾਲਾਂ ਦਾ ਪਤਾ ਸੀ ਵੀ ਇਹ ਜਿਹੜੇ ਆਰਡੀਨੈਂਸ ਆ ਇਹ ਮਾਰੂ ਕਰਨਗੇ। ਪਰ ਇਹਨਾਂ ਲੋਕਾਂ ਦੇ ਮੂੰਹ ਬਣਾ ਕੇ ਇਹ ਮਹਾਂਮਾਰੀ ਆ, ਕੋਈ ਐਡੀ ਜਿਹੜੀ ਹੈ ਬਿਮਾਰੀ ਨਹੀਂ ਗੀ, ਪਰ ਇਹਨਾਂ ਲੋਕਾਂ ਨੂੰ ਚੁੱਪ ਕਰਾ ਕੇ ਤੇ ਜਿਹੜੇ ਆ ਬਿੱਲ ਆ ਇਹਨਾਂ ਆਪਣੇ ਆਪ ਹੀ ਮਤਲਬ ਸੰਡੇ ਵਾਲੇ ਦਿਨ ਹੀ ਇਹਨਾਂ ਯਾਰੀ ਕਰਤੇ ਆ। ਤੇ ਇਹ ਜਿਹੜੇ ਐਡੇ ਘਾਤਕ ਆ ਵੀ ਆਉਣ ਵਾਲਾ ਸਮਾਂ ਜਿਹੜਾ ਸਾਡੀਆਂ ਪੀੜ੍ਹੀਆਂ, ਸਾਡੇ ਆਪਣੇ ਆਉਣ ਵਾਲੇ ਗਾਂ ਬੱਚੇ ਵੀ ਆ, ਉਹਨਾਂ ਵਾਸਤੇ ਬਹੁਤ ਘਾਤਕ ਆ। ਉਦੋਂ ਜਦੋਂ ਇਹ ਬਾਹਰਲੇ ਦੇਸ਼ਾਂ 'ਚ ਵੀ ਉਦੋਂ ਐਸੇ ਹੀ ਹੋਇਆ ਸੀ। ਉਧਰ ਵੀ ਕੋਈ ਰੈਂਟ ਤੇ, ਹੁਣ ਆਪਾਂ ਰੈਂਟ ਤੇ ਪੈਲੀ ਲੈ ਸਕਦੇ ਹਾਂ, ਮਤਲਬ ਆਪ ਰਜਿਸਟਰੀ ਨਹੀਂ ਕਰਾ ਸਕਦੇ ਜਾਂ ਬੱਚੇ ਭੇਜਦੇ ਹੋ ਰੈਂਟ ਤੇ, ਰੈਂਟ ਤੇ ਮਕਾਨ ਲਈ। ਐਸੇ ਹੀ ਕਾਨੂੰਨੀ ਤਰ੍ਹਾਂ ਬਣਾਤੇ ਆ। ਜਦ ਸਾਨੂੰ ਪਤਾ ਹੈ ਸਾਡੀਆਂ ਸਰਕਾਰਾਂ ਪਹਿਲਾਂ ਪੰਜਾਬ ਦੀਆਂ ਮਾੜੀਆਂ, ਸਾਡੇ ਬਾਦਲ ਮਾੜੇ ਸੀ। ਬਾਦਲਾਂ ਨੇ ਜਿਹੜਿਆ ਵਾ ਕੈਪਟਨਾਂ ਨੇ, ਖੱਟਰ ਹੋਣਾ ਨੇ, ਇਹ ਜਿਹੜੇ ਮੁੱਖ ਮੰਤਰੀ ਬਣਾਏ, ਇਹਨਾਂ ਦੀਆਂ ਮਾੜੀਆਂ ਨੀਤੀਆਂ ਸੀ। ਇਹਨਾਂ ਨੇ ਸਾਡੇ ਸਾਰੇ ਪਹਿਲਾਂ ਬਿੱਲਾਂ ਤੇ ਜਿਹੜੇ ਦਸਤਖਤ ਕਰਤੇ ਆ। ਜਦ ਲੋਕ ਜਾਗਰਤ ਹੋ ਗਏ ਆ, ਹੁਣ ਇਸ ਵੇਲੇ ਸਾਰਾ ਹੀ ਸਾਡਾ ਇੰਡੀਆ ਦੇਸ਼ ਬਾਹਰਲੇ ਦੇਸ਼ਾਂ ਵਿਦੇਸ਼ਾਂ 'ਚ ਸਭੀ ਲੋਕ, ਸਾਡੇ ਜਿਹੜੇ ਬੱਚੇ ਆ ਸਾਡੇ ਕਿਸਾਨਾਂ ਦੇ, ਉਹ ਸਾਡੇ ਜਾਗਰਤ ਹੋ ਗਏ ਆ। ਮੀਡੀਆ ਦਾ ਯੁੱਗ ਆ। ਮਤਲਬ ਇਹ ਜਿਹੜੇ ਸਾਡੀ ਮੰਡੀ ਘਰ ਟੁੱਟ ਜੂਗਾ, ਸਾਡੀ ਨੌਜਵਾਨੀ ਖਤਮ ਹੋ ਜੂਗੀ, ਸਾਡਾ ਦੁਕਾਨਦਾਰ, ਮੁਲਾਜ਼ਮ, ਮਜ਼ਦੂਰ ਸਭੀ ਖਤਮ ਹੋ ਜਾਣਗੇ। ਜੇ ਕਿਸਾਨ ਹੈ ਤੇ ਸਭ ਕੁਛ ਹੈ। ਜਦ ਸਾਡਾ ਆੜਤੀਆ ਹੈ ਉਹ ਸਾਡਾ ਇੱਕ ਸ਼ਾਹੂਕਾਰ ਹੈ। ਸਾਡਾ ਉਹਨਾਂ ਨਾਲੋਂ ਵੀ ਰੌਣ ਮਿਸਤਾ ਤੋੜਨ ਨੂੰ ਫਿਰਦੇ ਆ। ਜਦ ਮੰਡੀਕਰਨ ਟੁੱਟ ਜਾਏਗਾ, ਹੁਣ ਯੂਪੀ में ਮਾਰੀ ਪੈ ਲਈ ਹੈ, ਯੂਪੀ में ਮੰਡੀਕਰਨ ਨਹੀਂ ਹੈ, ਉੱਥੇ ਵੀ ਅਸੀਂ ਜਿਹੜੀ ਆ ਝੋਨਾ ਉਹ ਬਹੁਤ ਕਮ ਵੇਚਦੇ। ਜੀਰੀ ਜਿਹੜੀ ਆ ਉਹ ਇਸ ਵੇਲੇ 1100 ਨੂੰ ਵਿਕਣ ਡਈ ਆ। ਜਿਹੜੀ ਕਣਕ ਦੀ ਗੇਹੂੰ ਫਸਲ ਹੈ ਉਹ ਉੱਧਰ ਸਾਰੀ 1500 ਨੂੰ 1300 ਨੂੰ ਚੁੱਕਦੇ ਆ। ਅਸੀਂ ਬੋਲਦੇ ਹਾਂ ਜੋ ਹਰਿਆਣਾ, ਜੋ ਪੰਜਾਬ ਦੀਆਂ 2 ਹੀ ਮੰਡੀਆਂ ਸੀ, ਜੋ ਮਤਲਬ ਐਮੀਨੈਂਸ ਨਾਲ ਸਾਡੀ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਨਹੀਂ ਕਰਦਾ ਲਾਗੂ, ਸਿਰਫ ਇਹਨਾਂ 2 ਫਸਲਾਂ ਦਾ ਹੀ ਭਾਅ ਦਿੰਦਾ। ਬਾਕੀ ਹੁਣ ਮੱਕੀ ਆ, ਨਰਮਾ ਹੈ, ਦਾਲਾਂ ਹੈ, ਜੋ ਵੀ ਹੋਰ ਸਾਡਾ ਆਲੂ ਆ, ਮਟਰ ਆ। ਹੁਣ ਅਸੀਂ ਕਿਸਾਨ ਨੇ ਮਟਰ ਲਾਇਆ, ਸਾਡੇ ਮਟਰ ਰੁੱਲ ਜਾਣਗੇ, ਉਹਦਾ ਕੋਈ ਭਾਅ ਨਹੀਂ। ਜਦ ਨਹੀਂ ਉਹ ਵਪਾਰੀ ਖਰੀਦ ਲੈਤਾ, ਇਧਰੋਂ ਮਟਰ ਲੈ ਕੇ ਜੰਮੂ ਜਾਣੇ ਆ, ਉਹ ਜੰਮੂ ਜਾ ਕੇ 70 ਰੁਪਏ ਵਿਕਣੇ ਆ ਤੇ ਸਾਡੇ ਜਿਹੜੇ 15 ਰੁਪਏ ਵਿਕਣੇ ਆ। ਉਹ ਸਾਡੀ ਮਿਹਨਤ ਦਾ ਮੁੱਲ। ਅਸੀਂ ਆਨੇ ਆ ਸਾਡੀਆਂ 23 ਫਸਲਾਂ ਦਾ ਸਾਰੇ ਦੇਸ਼ 'ਚ, ਸਾਰੀ ਇੰਡੀਆ 'ਚ ਇੱਕ ਭਾਅ ਬੱਜੀ।
ਕੱਲੇ ਪੰਜਾਬ 'ਚ ਕੱਲੇ ਕਿਉਂ, ਸਾਡੇ ਭਾਈ ਹਰਿਆਣੇ 'ਚ ਵੀ ਆ, ਸਾਡੇ ਭਾਈ ਸਾਰੇ ਦੇਸ਼ਾਂ 'ਚ ਸਾਰੇ ਹੀ ਕਿਸਾਨ ਦੇ ਪੋਤੇ ਆ, ਸਾਰੇ ਤੁਸੀਂ ਵੀ ਕਿਸਾਨ ਦੇ ਬੇਟੇ ਜੀ। ਜੇ किसान ਰਹੂਗਾ ਤੇ सब कुछ होएगा। इस करके मैं आपसे एक ये जानना चाहता हूँ, आपने काफी जानकारी दी है, आपने बताया है कि काफी लोग जागरूक हो गए हैं, लेकिन ये जो 3 अध्यादेश जो ऑर्डिनेंस की बात चल रही है, इसका सबसे बड़ा नुकसान क्या है किसानों के लिए? इसका बहुत बड़ा नुकसान है। ये जो बानी डवानी है ना, ये मोती ਉਹਨਾਂ ਨਾਲ ਰਲਿਆ ਹੈ, ਅਹਿਮਦ ਸ਼ਾਹ ਦੀ ਤੇ ਡਵਾਨੀਆਂ ਦੀ ਮੰਨਦਾ ਹੈ। ਜਦੋਂ ਅਸੀਂ 117 ਸਾਡੇ ਐਮਪੀ ਆ, ਸਾਡੇ ਮਤਲਬ ਅਸੀਂ ਬਣਾਉਣੇ ਆ, ਉਹਨਾਂ ਦੀ ਕੋਈ, ਉਹਨਾਂ ਦਾ ਇੰਨਾ ਨੁਕਸਾਨ, ਮੰਡੀ ਕਾਂ ਟੁੱਟ ਗਿਆ, ਫਸਲਾਂ ਦਾ ਭਾਅ ਨਾ ਮਿਲ ਗਿਆ, ਬਿਜਲੀ ਬੋਰਡ ਸਭ ਤੋਂ ਮੇਨ ਗੱਲ ਇਹ ਆ, ਜਿਹੜੀ ਸਰਕਾਰੀ ਮੰਡੀ ਹੈ ਨਾ, ਉਹਨੂੰ ਖਤਮ ਕਰਨਾ ਚਾਹੁੰਦੇ। सरकारी मंडी खत्म हो जाएगी इस कानून मंडी खत्म हो जाएगी, जब सरकारी मंडी खत्म हो जाएगी ना, जितना जियो सिम चली है ना, 1 साल का डाटा फ्री, उस तो बाद कितना करंट ਪਿਆ ਉਹਦਾ। ਇਸੇ ਤਰ੍ਹਾਂ ਜੇ ਖੇਤੀ ਮੰਡੀ ਤੋੜ ਦੇਣਗੇ, ਪ੍ਰਾਈਵੇਟ ਕਰ ਦੇਣਗੇ, ਇੱਕ ਵਾਰ ਸਾਨੂੰ ਭਾਅ ਵੱਧ ਦੇਣਗੇ, 2 ਸਾਲ ਵਾਸਤੇ, ਸਾਲ ਵਾਸਤੇ 2 ਸਾਲ ਦੇ ਦੇਣਗੇ, 3 ਸਾਲ, ਉਸ ਤੋਂ ਬਾਅਦ ਆਪਦੀ ਮਰਜ਼ੀ ਨਾਲ ਫਸਲ ਖਰੀਦਣਗੇ। ਦੂਜਾ नहीं, ये तो आपका डर है, ਡਰ ਨਹੀਂ ਹੈ। ये तो डर है। कानून की जो शक्ल है ना, जो 3 अध्यादेश आए हैं, जो कानून की शक्ल तैयार हुई है, उसमें किसानों का, देश का भला बताया जा रहा है कि इसमें भला है, लेकिन क्या उस भले की आड़ में, उस भले की आड़ में क्या किसानों का बहुत बड़ा नुकसान होगा, इस बात का डर आपको लगता है? नहीं, आपको पता भी ये ਜਿਹੜਾ ਬਣਿਆ ਕਾਨੂੰਨ ਅੱਛਾ ਹੈ। ਤੁਸੀਂ ਨਾ 4 मीटिंग सरकार ने किसान संगठनों से कर ली, 5वीं मीटिंग की तैयारी है कल की। कल देखो क्या नतीजा आता है। जो किसान संगठन जो वहां पर मीटिंग में जा रहे हैं, उनके आगे सरकार ने एक कमेटी की प्रस्तावना दी है कि ये कानून रहेगा, लेकिन इसकी निगरानी, इसका निरीक्षण के लिए कमेटी बना देते हैं, अगर आपको कोई गलती, कमी, नुकसान आगे दिखेगा तो, है ना। लेकिन सरकार के आगे किसान संगठन के जो नेता लोग वहां बैठे हैं, वो इस बात को वहां पर क्यों नहीं समझा पा रहे हैं? ਕੱਲ ਜਿਹੜੀ ਮੀਟਿੰਗ ਹੋਈ ਹੈ ਨਾ, ਉਹਦੇ ਵਿੱਚ 39 ਗਲਤੀਆਂ ਉਹਨਾਂ ਆਪ ਕਹੀਆਂ ਵੀ ਸਾਡੇ ਕੋਲੋਂ ਹੋਈਆਂ 39, 1 ਘੱਟ 40, ਤੇ ਜਦੋਂ ਅਸੀਂ ਕਹਿੰਦੇ ਵੀ ਇਹ ਸਰਾਸਰ ਸਾਰਾ ਹੀ ਗਲਤ ਆ, ਜਿਹੜੇ ਸਾਨੂੰ ਕਹਿੰਦੇ ਇਹ ਆਰਡੀਨੈਂਸ ਬਹੁਤ ਅੱਛੇ ਆ, ਇਹ ਕਾਨੂੰਨ ਬਹੁਤ ਅੱਛਾ ਆ, ਉਹਨਾਂ ਆਪ ਕਿਹਾ ਵੀ ਸਾਡੇ ਤੋਂ 39 ਗਲਤੀਆਂ ਹੋਈਆਂ। 39 गलतियां किसान संगठनों ने निकाल दी है कि ये उन्होंने ही भी निकाली है। अच्छा, सरकार ने एक्सेप्ट किया है, स्वीकारा है कि 39 कमियां हैं इस कानून में। हाँ जी, जब 39 कमियां लागू होने से पहले नजर आ रही हैं, तो लागू होने के बाद कितनी नजर आएंगी? सभी ਇਸੇ ਕਰਕੇ ਤੇ ਅਸੀਂ ਕਹਿੰਦੇ ਵੇਖੋ, ਹੁਣ ਆ ਜਿਹੜੇ ਮਟਰ ਆ ਨਾ, ਇਹ ਸਾਡੇ ਕੋਲੋਂ ਖਰੀਦਣਗੇ 10 ਰੁਪਏ, ਜਦੋਂ ਇੱਕ ਹੀ ਬੰਦਾ ਖਰੀਦੇਗਾ, ਬਾਜ਼ਾਰ 'ਚ ਕਮੀ ਪੈਦਾ ਕਰੇਗਾ, ਫਿਰ ਇਸ ਦਾ ਭਾਅ 100 ਰੁਪਏ ਲਏਗਾ। ਹੁਣ ਪਿਆਜ਼ ਆ, ਮਹਾਰਾਸ਼ਟਰ 'ਚੋਂ 9 ਰੁਪਏ ਖਰੀਦਿਆ ਪਿਆਜ਼, ਇੱਥੇ 100 ਰੁਪਏ ਨੂੰ ਵਿਕਦਾ, ਉਹ ਜਿਹੜਾ 91 ਰੁਪਏ ਕੌਣ ਖਾਂਦਾ? ਜਿਹੜਾ ਉਹਦੇ 91 ਰੁਪਏ। ਹੁਣ 2 सवालों को जवाब दीजिए। पहला जवाब ये है कि इस कानून के तहत यह बताया जा रहा है कि किसानों को आज़ादी मिलेगी कि वो अपने खेत खलियान फसल खेत से, यानी कि मंडी के बाहर बेच सकते हैं, तो ये अच्छी बात है, गलत है, क्या है ये? 80% ਸਾਹੀ ਜਿਹੜੀ ਆ ਮੰਡੀਕਰਨ ਆਪਦੀ ਲਾਗੇ ਕਰ ਲੈਨੇ ਆ, ਸਾਨੂੰ ਮੁੜ ਕੇ ਮੰਡੀਕਰਨ ਕਰਨਾ ਪੈਣਾ ਦੂਰ। ਅਸੀਂ ਤੇ ਆਪਣਾ ਤੇਲ ਪਾਉਣ ਜੋਗੇ ਸਾਡੇ ਕੋਲ ਟਰੈਕਟਰ 'ਚ ਪੈਸੇ ਨਹੀਂ, ਅਸੀਂ 500 ਮੀਟਰ ਤੱਕ ਕਿਤਨਾ ਤੇਲ ਪਵਾਵਾਂਗੇ, ਕਿੱਥੋਂ ਤੇਲ ਲਿਆਵਾਂਗੇ ਤੇ ਕਿੱਥੋਂ ਅਸੀਂ ਦੂਸਰੀਆਂ ਮੰਡੀਆਂ 'ਚ ਖੜਾਂਗੇ। ਕਿਸਾਨਾਂ ਦੀ ਹਾਲਤ ਐਡੀ ਗੰਭੀਰ ਹੋਈ ਪਈ ਆ ਵੀ ਉਹਨਾਂ ਕੋਲ ਟਰੈਕਟਰ ਦੇ ਵਿੱਚ ਤੇਲ ਪਾਉਣ ਜੋਗੇ ਪੈਸੇ ਨਹੀਂ ਗਏ ਕਿ ਉਹ ਆਪਣੇ 10 ਕਿਲੋਮੀਟਰ ਤੱਕ ਵੇਚ ਸਕਣ। ਜਦੋਂ ਸਾਡਾ ਮੰਡੀਕਰਨ ਟੁੱਟ ਜਾਂਦਾ ਹੈ ਤੇ ਸਾਨੂੰ ਫਸਲ 400 ਕਿਲੋਮੀਟਰ ਤੱਕ ਵੇਚਣੀ ਪਈ ਤੇ ਅਸੀਂ ਉਹ ਤੇਲ ਦੇ ਇੰਨੇ ਪੈਸੇ ਕਿੱਥੋਂ ਲਿਆਵਾਂਗੇ? तो ये जो किसानों को ये जो कानून के अंदर बताया गया है कि बाहर बेच लेंगे किसान अपनी फसल मंडी के अंदर लाए बिना भी, तो वो बात सही है, गलत है? गलत है, बिल्कुल गलत है। और वैसे देखा जाए तो किसान अपनी मर्जी का मालिक तो है ही, वो बाहर भी बेच रहा था, अंदर भी बेच रहा था, लेकिन आज बाहर बेचने से जमाखोरी बढ़ने का खतरा नजर आता है ना। खतरा वो तो खतरा है जो खतरा साढ़े पास पड़ा है, साढ़े पास तो हुण ट्रैक्टर पास तेल पाउण जोगे पैसे नहीं, अहीं 100 किलोमीटर 200 किलोमीटर तक कित्थों तेल बालांगे? साडी मंडियां हुण 10 किलोमीटर तक रहा, 10 किलोमीटर तक 450 किलोमीटर आ। यानी कि मैं इस बात में ये समझ सकता हूँ, और मैं अपने दर्शकों को भी ये समझाने का काम कर सकता हूँ कि जो ये कहा जा रहा है कि किसान अपनी फसल
मंडी के बाहर बेच सकता है, तो ये कहीं ना कहीं किसानों को धोखा देने वाली बात है। ਹਾਂਜੀ ਇਹ ਜਿਹੜਾ ਨਾ ਜੇ ਬਾਹਰ ਮੰਡੀ ਤੋਂ ਬਾਹਰ ਖਰੀਦਦਾ ਨਾ ਫਸਲ ਉਹਨੂੰ 164 ਰੁਪਏ ਬਚਦੇ ਆ ਵਪਾਰੀ ਨੂੰ। ਕਿਉਂ? ਜਿਹੜੀ ਮੰਡੀ ਦੇ ਵਿੱਚ ਖਰੀਦ ਹੁੰਦੀ ਉਹਦਾ 164 ਰੁਪਏ ਕੁਆਂਟਲ ਦਾ ਖਰਚਾ ਪੈਂਦਾ ਖਰੀਦਦਾਰ ਨੂੰ। ਇਹ ਸਰਕਾਰ ਖਰੀਦਦਾਰ ਨੂੰ ਫਾਇਦਾ ਪਹੁੰਚਾਉਣ ਕਰਕੇ ਇਹ ਖੇਤੀ मंडी ਤੋੜਦੀ ਆ। अच्छा, अब मैं आपसे एक दूसरा सवाल लेना चाहता हूँ। इस कानून के तहत एक दूसरी बात यह है कि मंडी के अंदर जब किसान अपनी फसल बेचने आता था तो एक तो बहुत लंबी लाइनों में लगता था, इसमें कई सारे टैक्स और प्रोसेस से गुजरता था कि उसको बोरी उठाने का किराया देना पड़ेगा मजदूर पल्लेदार को, फिर वहाँ पर वो टोकन लेना पड़ेगा, फिर आड़त पे जाएगा, इस तरह से करके। तो जिसमें ये कहा जा रहा था कि अगर वो मान के चलो कि 1000 रुपये क्विंटल की कोई फसल है तो वो जाते जाते 900 रुपये तक ही उस किसान के हाथ में आता था। 100 रुपया पर क्विंटल के हिसाब से टैक्स में, पल्लेदारी में, किराए में खर्च होता था। ਪੰਜਾਬ ਹਰਿਆਣੇ ਦੇ ਵਿੱਚ ਨਾ 3 ਕਿਲੋਮੀਟਰ ਤੋਂ ਦੂਰ ਕੋਈ ਮੰਡੀ ਨਹੀਂ, 5 ਕਿਲੋਮੀਟਰ ਦੇ ਅੰਦਰ ਅੰਦਰ ਮੰਡੀ ਆ। ਕੋਈ ਦਿੱਕਤ ਨਹੀਂ, ਕੋਈ ਟੋਕਨ ਲੈਣ ਦੀ ਨਹੀਂ ਲੋੜ। ਇਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਬਦਲੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਵਾ ਜਦੋਂ ਕਿ ਸਾਨੂੰ ਟੋਕਨ ਦੀ ਨਹੀਂ ਲੋੜ। ਸਾਨੂੰ ਜਿਹੜੇ ਹੈ ਨਾ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਬਣਾਈ ਇਹਨਾਂ ਨੇ, ਇਹਨੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਇੱਕ ਨਾ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ, ਮੈਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੂੰਗਾ। ਆਹ ਜਿਹੜੀ ਚੀਜ਼ ਹੈ ਨਾ, ਜੇ ਤੁਹਾਂ 500 ਰੁਪਏ ਦੀ ਬਣਾਈ ਹੈ ਨਾ ਕੰਪਨੀ ਨੇ, ਉਹਨੇ 1500 ਹੀ ਵੇਚਣੀ, 1000 ਰੁਪਇਆ ਉਹਨੇ ਆਪ ਦਾ ਪਹਿਲੇ ਰੱਖਣਾ। ਜਦੋਂ ਇਹ ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਨਾ ਆਪ ਕਿਹਾ ਵੀ 1 ਕੁਆਂਟਲ ਚਾਵਲ ਪੈਦਾ ਕਰਨ ਤੇ 1800 ਰੁਪਇਆ ਖਰਚਾ ਆਉਂਦਾ ਕਿਸਾਨ ਦਾ। ਜਦੋਂ 1 ਕੁਆਂਟਲ ਚੌਲ ਪੈਦਾ ਕਰਨ ਤੇ 1800 ਰੁਪਇਆ ਖਰਚਾ ਆਉਂਦਾ ਤੇ ਉਹਦਾ ਭਾਅ ਫਿਰ ਕਿੰਨਾ ਚਾਹੀਦਾ? ਉਹਦਾ 3000 ਰੁਪਇਆ ਭਾਅ ਮਿਲੇਗਾ ਤੇ ਫੇਰ ਹੀ ਤੁਹਾਨੂੰ ਕੋਈ ਫਾਇਦਾ ਹੋਏਗਾ। ਹੁਣ ਤੱਕ 19% ਕਿਸਾਨ ਨੂੰ ਭਾਅ ਮਿਲਿਆ। ਜਿਹੜੀ ਚੀਜ਼ ਕਿਸਾਨ ਖਰੀਦਦਾ ਵਾ ਉਹ ਚੀਜ਼ ਦਾ 235% ਭਾਅ ਵਧਿਆ। ਜਿਹੜੀਆਂ ਖਾਦ ਖਰੀਦਦੇ ਆ, ਕੋਈ ਟਰੈਕਟਰ ਖਰੀਦਦੇ ਆ, ਮੋਟਰ ਪਾਣੀ ਵਾਸਤੇ ਖਰੀਦਦੇ ਆ, ਜੋ ਵੀ ਅਸੀਂ ਸੰਦ ਲੈਨੇ ਨਾ, ਮੋਟਰ ਗੱਡੀ ਲੈਨੇ ਆ, ਉਹ 235% ਵਧਿਆ ਵਾ। ਤੇ ਜਿਹੜਾ ਕਿਸਾਨ ਖੇਤੀ ਪੈਦਾ ਕਰਦਾ ਉਹ 19% ਵਧਿਆ। ਤੁਸੀਂ ਆਪ ਸੋਚੋ, ਜੇ ਇਹਨੂੰ 19% ਭਾਅ ਮਿਲਿਆ ਤੇ ਜਿਹੜਾ ਜਿਹਨੂੰ 235% ਮਿਲਿਆ ਉਹਦਾ ਮੁਕਾਬਲਾ ਕਿਸ ਤਰ੍ਹਾਂ ਹੋਊ? मैं अपने दर्शकों को बताना चाहता हूं कि मैं किसानों के साथ में उन सारे सवालों को सटीकता से पूछने का काम कर रहा हूं जो सवाल भारत सरकार के वो नुमाइंदे जो इस कानून को पसंद कर रहे हैं, उनके सवालों का जवाब किसान खुद इस बात को पहुंचा रहा है कि कानून के अंदर कहीं से भी कहीं तक ना ही किसान का भला है और ना ही इस देश का भला है, क्योंकि आने वाला वक्त इस कानून के तहत जमाखोरी, महंगाई और किसानों की बदहाली की ओर ले जाएगा। इसी चीज का विरोध करते हुए किसान इस कानून को वापस लेने की मांग कर रहा है और भारत सरकार के द्वारा ये कोशिश की जा रही है, जो कि नजर आ रहा है कि 4 संवाद हो चुके हैं, 4 वार्तालाप हो चुकी हैं, लेकिन नतीजा नहीं आया है। अब आने वाला नतीजा यह देखना होगा कि किस नतीजे पर भारत सरकार किसान संगठनों को लेकर आएगी और किसान संगठन भारत सरकार को कितना सुनेंगे और कितना उनके फैसले को मानेंगे। उस मानने के साथ जो किसान सड़कों पर दिन रात यहीं रह रहा है, सर्दी का मौसम यहीं बिता रहा है, तो उनके लिए भी ये समझना होगा कि कानून को हम पूरी तरह से बहाल करते हैं, इनकार करते हैं कि ये कानून नहीं लागू किया जाए। ये है जो कल भी जो मीटिंग होनी है ना, उसमें भी कुछ नहीं निकलेगा, उसमें भी कुछ नहीं निकलेगा, मीटिंग में भी कुछ नहीं आने कुछ नहीं निकले। सरकार के द्वारा कोई ना कोई दबाव प्रस्ताव आएगा, दबाव पाना पड़ेगा। ये जो जनता इकट्ठी हुई है ना, ये दबाव पाएगी। जे बनाने वाले हैं ना, ये टेकने वाले भी यही है। आज सरकार बनानी, जे तो बड़ा लेना है मोदी साहब ने, नंगे पैरी तुर के आन के स्टेजा ते आन के माफ़ी मंगे, बिल रद्द करे, जो साडी स्वामीनाथन दी रिपोर्ट लागू करे। दूजी गल तुसीं पुछन जे मंडीकरण च की नुकसान होगा। मंडीकरण च अज कल जे कोई साडा बच्चा ही फीस भरदे, साडी कोई परिवार च शादी है, कोई साडे स्कूल दी है, साडा जो आड़ती है 2-3 किलोमीटर दे, वो साडी हेल्प करता है।
ਮੰਡੀਕਰਨ ਟੁੱਟਦੀ ਹੈ ਸਾਡਾ ਆੜਤੀਆ ਵੀ ਟੁੱਟ ਜਾਏਗਾ, ਸਾਡਾ ਪੱਲੇਦਾਰੀ ਜੋ ਵੀ ਮਜ਼ਦੂਰ ਉਹ ਵੀ ਖਤਮ ਹੋ ਜਾਏਗੀ, ਫੜੀ ਵਾਲੇ खत्म हो जाएंगे, उदो वड्डे दलालों के हाथ में आ जाएगी। अब मैं आपसे कुछ और सवाल लेता हूँ। एक सवाल ये कि आज यहाँ सिंधु बॉर्डर पे जो किसान हैं, इस सिंधु बॉर्डर पे कितना किसान इस वक्त आपके साथ है, कितने लोग हैं? इतने तो कोई हुण मेरे हिसाब नाल इस वेले तो कोई 70-80 लाख लोग है, अच्छा, सारे दिल्ली के घेरे में 70-80 लाख। अगर घेरे में अगर हम सिंधु बॉर्डर पे बात करें, इस बॉर्डर पे बॉर्डर में तो इतने 30-40 लाख ऐसे 30-40 लाख। ये सड़क पे कहाँ तक कितने लंबी जो है, ये को काट दो कर भी 18 किलोमीटर तक रहे जो है रोड जम 18 से 20 किलोमीटर लंबी सिर्फ ट्रॉली का जाम है, जनता का जाम नहीं, ट्रॉली का और किसान का जाम है। किसान का जाम है ये। अगर जे कल नूं ना को बात निकली फिर ਜਿਹੜੀ ਸਾਡੀ सूबा कमेटी आ साडे आगू आ कल नूं फिर ऐलान करके कुछ और इसका रूप बदला जाऊगा, दिल्ली घेरेंगे जहाँ मोदी का घर घेरेंगे। इस किसान आंदोलन में किसान कहाँ से इस आंदोलन से जुड़ चुका है? इस सभी स्टेजों से जुड़ चुके हैं, हिंदुस्तान के तमाम कोने कोने से। यूपी का किसान आ रहा है, आज साडे को महाराष्ट्र बिहार का भी किसान, बिहार का भी महाराष्ट्र का आ रहा है, मोदी के गांव के आज उन्हें मोदी के गांव का भी आ रहा है, आ रहा है, आगरे से आ रहा है, गोवा से, आज गोवा से बहुत बड़ा जत्था है, गोवा से तमिलनाडु से भी जत्था है। हाँ सभी साडे को वो सारा यहीं आ रहा है। सारा यही इतने संगू पुरानी मैदान क्यों नहीं जा रहा? बगाड़ी ਉੱਥੇ क्या करेगा, क्या करेगा? यहाँ पर इतनी अच्छी सुविधा बना रखी है, इतने शानदार टेंट बना रखे हैं, वाटर प्रूफ टेंट है, सर्दी तक नहीं लगेगी, खाने पीने का इंतजाम सरकार दे रही है। ਜੇ ਅਸੀਂ ਟੈਂਟਾਂ 'ਚ ਬਹਿਣਾ ਤਾਂ ਸਾਡੇ ਘਰ ਮਾੜੇ ਆ। ਸਾਡਾ ਰਾਸ਼ਨ ਜਿਹੜਾ ਵਾ ਅਸੀਂ 15-15 ਕੁਆਂਟਲ ਆਟਾ 15-15 ਕੁਆਂਟਲ ਚੌਲ ਨਾਲ ਗੈਸ ਭੱਠੀਆਂ ਤਵੇ ਪਰਾਤਾਂ ਲੈ ਕੇ ਆਏ ਆ। ਇਹ ਜਿਹੜਾ ਸਾਡਾ ਪ੍ਰਬੰਧ ਆ ਹੁਣ ਦਿੱਲੀ ਦੇ ਜਿਹੜੇ ਸਹਿਯੋਗੀ ਲੋਕ ਆ ਉਹ ਸਾਡਾ ਕਰਨ ਦੇ ਆ। ਸਰਕਾਰ ਨੇ ਸਾਡਾ ਪਾਣੀ ਰੋਕ ਦਿੱਤਾ, ਸਾਡੀਆਂ ਲੈਟਰੀਆਂ ਜਾ ਕੇ ਵੇਖੋ ਰੋਕ ਦਿੱਤੀਆਂ, ਸਰਕਾਰ ਨੇ ਸਾਡਾ ਕੋਈ ਪ੍ਰਬੰਧ ਨਹੀਂ ਕੀਤਾ। ਇਹ ਸਿਰਫ ਲੋਕ ਭਲਾਈ ਆ ਲੋਕ ਆ ਜਿਹੜੇ ਦਿੱਲੀ ਦੇ ਸਾਡੀ ਸੇਵਾ ਕਰਨ ਦੇ ਆ, ਜਿਨ੍ਹਾਂ ਨੇ ਸਾਡੀਆਂ ਗੰਢਾਂ ਨਹੀਂ ਖੋਲ੍ਹਣ ਦਿੱਤੀਆਂ। ਅਸੀਂ 1 ਸਾਲ ਦਾ ਪਲੇਨ ਬਣਾ ਕੇ ਆਏ ਆ ਵੀ ਮੋਦੀ ਸਾਹਿਬ ਅਸੀਂ ਇੱਥੇ 1 ਸਾਲ ਤੱਕ ਰਵਾਂਗੇ ਜੇ ਤੂੰ ਸਾਡੇ ਬਿੱਲ ਨਹੀਂ ਪਾਸ ਕਰੇਗਾ। ਪਹਿਲੀ ਗੱਲ ਅਸੀਂ ਘਰਾਂ ਦੇ ਵਿੱਚ ਦੱਸ ਕੇ ਆਏ ਆ ਵੀ ਸਾਨੂੰ ਫੋਨ ਕਰਨ ਦੀ ਕੋਸ਼ਿਸ਼ ਨਾ ਕਰਿਓ, ਸਾਡੀਆਂ ਡੈੱਡ ਬੋਡੀਆਂ ਲਿਆਉਣ ਦੀ ਕੋਸ਼ਿਸ਼ करियो। किसान इतने जोश और रोश में हैं कि भारत सरकार अगर नहीं सुनेगी तो साल भी बीत जाएगा तो किसान यहाँ से नहीं हिलेगा, चाहे यहाँ से लाशें तक उठानी पड़ जाएं। किसानों का इतना जोश भरा हुआ है और ये जोश पूरा देश देख रहा है और पूरा देश इस वक्त किसान के साथ खड़ा हुआ है। मेरे साथ जुड़े रहने के लिए हेडलाइंस इंडिया टुडे से मोहम्मद रफ़ी की ये खास रिपोर्ट।